हेलो स्टूडेंट्स, रूबीवाला गौरमेंट गर्ल सीनियर सैकेंडरी स्कूल आदर्श नगर। मैं अज तुहानू NMMS बारे समझाने लगी हाँ। बच्चों चंगी तरह इनू समझ लेना कि ये पॉइंट्स हैं। देखो बच्चों, पहला यदा क्वेश्चन असी अज चैप्टर करना मैं इंसर्ट द मिसिंग नंबर। जिहड़ा नंबर नहीं दिता होया उन्होंने असी लभना है बच्चों। वो किस तरह लभना है, देखो ये पहला क्वेश्चन है। ये विच की कुछ है कि पहला की किया गया वै कि ये दोनों जमा किया गया 25 जमा 19। 25 जमा 19 कितना हुंदा 44। कितना हुंदा 44। 18 जमा 36 कितना हुंदा 54। 54 विचों 44 माइनस किते 10। कितना आ जाएगा 10। इत्थे समझाया भी होया वै बच्चों, तुसी भी चंगी तरह इनू करो। देखो ਇਹਦੇ ਵਿੱਚ ਵੀ ਇੱਦਾਂ ਕੀਤਾ ਸੀ। ਬਾਈ ਇਹ ਨੀਚੇ ਹੱਲ ਕੀਤਾ ਵੀ ਹੋਇਆ ਬੱਚਿਓ। ਪਹਿਲਾਂ ਇਹ ਦੋਨਾਂ ਨੂੰ ਜਮ੍ਹਾਂ ਕਰ ਲੈਣਾ ਮੈਂ, ਅਤੇ ਇਹ ਨੀਚੇ ਵਾਲੇ ਦੋਨਾਂ ਨੂੰ ਜਮ੍ਹਾਂ ਕਰ ਲੈਣਾ, ਫਿਰ ਇਹਨਾਂ ਨੂੰ ਮਾਈਨਸ ਕੀਤਾ ਹੋਇਆ ਵੈ। ਇਹ ਨੀਚੇ ਹੱਲ ਦੱਸਿਆ ਹੋਇਆ ਤੁਹਾਨੂੰ। ਇਸ ਤਰ੍ਹਾਂ ਹੀ ਹੁਣ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਇਹ ਦੋਨਾਂ ਨੂੰ ਜਮ੍ਹਾਂ ਕੀਤਾ ਵੈ, ਇਹ ਦੋਨਾਂ ਨੂੰ ਜਮ੍ਹਾਂ ਕੀਤਾ ਅਤੇ ਫਿਰ ਅਸੀਂ ਮਾਈਨਸ ਕੀਤਾ ਵੈ। ਕੀ ਕੀਤਾ ਵੈ ਮਾਈਨਸ। ਹੁਣ ਅਗਲਾ ਸਵਾਲ ਦੇਖੋ ਬੱਚਿਓ, ਉਹ ਵੀ ਥੱਲੇ ਸਮਝਾਇਆ ਹੋਇਆ ਵੈ ਕਿੱਦਾਂ ਕੀਤਾ ਵੈ। ਇਹ ਜਿਹੜੇ ਬਾਹਰਲੇ ਸਾਰੇ ਅੰਕ ਹੈ ਉਹਨਾਂ ਨੂੰ ਜਮ੍ਹਾਂ ਕਰਕੇ ਉਹਦਾ ਸਕੁਏਅਰ ਕੀਤਾ ਹੋਇਆ ਵਾ, ਅਤੇ ਉਹਦੇ ਵਿੱਚੋਂ 1 ਮਾਈਨਸ ਕੀਤਾ ਵਾ। 2 ਜਮ੍ਹਾਂ 6 ਜਮ੍ਹਾਂ 2 ਜਮ੍ਹਾਂ 3 ਜਮ੍ਹਾਂ ਕਰਕੇ ਉਹਦਾ ਸਕੁਏਅਰ ਕਰ ਲਿਆ, ਕਿ ਮਤਲਬ 13 ਦਾ ਸਕੁਏਅਰ 13 13। ਹੁਣ ਤੁਹਾਨੂੰ ਇਹ ਸਕੁਏਅਰ ਆਉਣੇ ਚਾਹੀਦੇ ਆ। 169 ਮਾਈਨਸ 1 ਕਿੰਨਾ ਆ ਜਾਏਗਾ 168। ਕਿੰਨਾ ਆ ਜਾਏਗਾ 168। ਅਗਲਾ ਸਵਾਲ ਵੀ ਤੁਸੀਂ ਇਸੇ ਤਰ੍ਹਾਂ ਜਿਹੜਾ ਕੁਐਸਚਨ ਮਾਰਕ ਹੈ ਉਹਦੇ 'ਤੇ ਪਹੁੰਚੋ। ਉੱਤੇ ਕਿੱਦਾਂ ਕਰਨਾ ਮੈਂ 5 ਜਮ੍ਹਾਂ 4 9 9 'ਚ 2 ਜਮ੍ਹਾਂ ਕੀਤੇ 11 11 'ਚ 1 ਜਮ੍ਹਾਂ ਕੀਤੇ 12 12 ਦਾ ਸਕੁਏਅਰ ਮਾਈਨਸ 1 ਕਰਨਾ ਮੈਂ। 12 ਦਾ ਸਕੁਏਅਰ ਮਤਲਬ ਤੁਹਾਨੂੰ ਵਰਗ ਯਾਦ ਕਰਵਾਏ ਹੈ 144। 144 ਵਿੱਚੋਂ 1 ਮਾਈਨਸ ਕੀਤੇ ਆਨਸਰ ਕੀ ਆ ਜਾਣਾ ਤੁਹਾਡਾ 143। ਕੀ ਆਨਸਰ ਆਏਗਾ ਬੱਚਿਓ 143। ਅਤੇ ਉਹਦੇ 'ਤੇ ਟਿਕ ਲਗਾ ਦੇਣਾ। ਬੱਚਿਓ ਇਹ ਸਵਾਲਾਂ 'ਚ ਤੁਹਾਡਾ ਤੁੱਕਾ ਬਿਲਕੁਲ ਨਹੀਂ ਚੱਲਣਾ। ਜੇਕਰ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਹੋਣਗੇ ਤਾਂ ਤੁਸੀਂ ਕਰ ਸਕੋਗੇ, ਨਹੀਂ ਤਾਂ ਇਹ ਸਵਾਲਾਂ ਨੂੰ ਕਰਨਾ ਬਹੁਤ ਮੁਸ਼ਕਿਲ ਹੈ ਬੱਚਿਓ। ਅਗਲਾ ਕੁਐਸਚਨ ਦੇਖੋ, ਆ ਨੀਚੇ ਵਾਲਾ ਕੁਐਸਚਨ ਹੈ ਬੱਚਿਓ। ਇਹ ਕਿੱਦਾਂ ਕਰਨਾ ਤੁਸੀਂ, ਕਿ ਇਹਨੂੰ ਕਿੱਦਾਂ ਕਰਨਾ ਮੈਂ, ਇਹ ਤੁਸੀਂ ਆਪਣੀ ਕਿਤਾਬ 'ਚੋਂ ਵੀ ਰਕਮਾਂ ਦੇਖੀ ਜਾਓ। ਕਈ ਬੜੀਆਂ ਲਾਈਟ ਹੈ ਰਕਮਾਂ, ਉਹਨਾਂ ਨੂੰ ਚੰਗੀ ਤਰ੍ਹਾਂ ਦੇਖੋ। 8 ਚੌਕਾ, ਇਹ ਥੱਲੇ ਵਾਲੇ ਦੋਨਾਂ ਨੂੰ ਅਸੀਂ ਗੁਣਾ ਕੀਤਾ ਵੈ। 8 ਨੂੰ 4 ਨਾਲ ਗੁਣਾ ਕੀਤਾ 32 ਆ ਗਿਆ। ਕਿੰਨਾ ਆ ਗਿਆ 32। ਗੁਣਾ ਕਰਕੇ 18 ਨੂੰ 1 ਨਾਲ ਗੁਣਾ ਕੀਤਾ ਅਤੇ 18 ਆ ਗਿਆ। ਇਹਦੇ ਵਿੱਚ ਜਿਹੜੀਆਂ ਸਾਹਮਣੇ ਸਾਹਮਣੇ ਇੱਧਰਲੀਆਂ ਰਕਮਾਂ ਨੇ ਉਹਨਾਂ ਨੂੰ ਗੁਣਾ ਕੀਤਾ, ਇਹਨੂੰ ਗੁਣਾ ਕੀਤਾ ਵੈ ਅਤੇ ਇਹਨੂੰ ਗੁਣਾ ਕੀਤਾ ਵੈ। ਫਿਰ ਉਸ ਤੋਂ ਬਾਅਦ ਇੱਧਰ ਵੀ, ਫਿਰ ਉਸ ਤੋਂ ਬਾਅਦ ਅਸੀਂ ਮਾਈਨਸ ਕੀਤਾ ਵਾ। ਕੀ ਕੀਤਾ ਨਾ ਜਮ੍ਹਾਂ ਕੀਤਾ ਵਾ। ਕੀ ਕੀਤਾ ਵਾ ਜਮ੍ਹਾਂ, ਅਤੇ ਤੁਹਾਡਾ ਆਨਸਰ ਆ ਜਾਏਗਾ 32 'ਚ 18 ਜਮ੍ਹਾਂ ਕੀਤੇ 50 ਆ ਜਾਂਦਾ ਵੈ। ਇਸੇ ਤਰ੍ਹਾਂ ਲਾਸਟ ਵਾਲੇ 'ਤੇ ਪਹੁੰਚੋ। ਇਹ ਦੋਨਾਂ ਨੂੰ 12 ਤੇ 36, ਇਹਨਾਂ ਨੂੰ ਗੁਣਾ ਕਰਕੇ ਕਿੰਨਾ ਆ ਗਿਆ 36। ਕੀ ਆ ਗਿਆ 36। 6 ਨੂੰ 2 ਨਾਲ ਗੁਣਾ ਕੀਤਾ 12। ਕਿੰਨਾ ਆ ਗਿਆ 12। ਅਤੇ 36 'ਚ 12 ਜਮ੍ਹਾਂ ਕੀਤੇ ਕਿੰਨਾ ਆ ਗਿਆ 48। ਕਿੰਨਾ ਆ ਗਿਆ 48। ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਈ ਹੋਣੀ ਹੈ ਬੱਚਿਓ। ਹੁਣ ਇਹਨੂੰ ਚੰਗੀ ਤਰ੍ਹਾਂ ਕਰਨਾ ਸ਼ੁਰੂ ਕਰ ਦਿਓ। ਤੁੱਕਾ ਬਿਲਕੁਲ ਨਹੀਂ ਚੱਲਣਾ। ਜਿਹੜਾ ਬੱਚਾ ਤੁੱਕਾ ਲਗਾਉਂਦਾ ਵੈ ਉਹ ਪਾਸ ਨਹੀਂ ਕਰ ਪਾਉਂਦਾ, ਉਹ ਸਿਰਫ ਪੇਪਰ ਹੀ ਦੇ ਸਕਦਾ ਵੈ। ਇਹਨੂੰ ਪਾਸ ਕਰਨ ਲਈ ਤੁਹਾਨੂੰ ਇਹਨੂੰ ਸੋਚਣਾ ਪੈਣਾ ਕਿ ਇਹ ਕਿੱਦਾਂ ਕਿੱਦਾਂ ਅਸੀਂ ਸਵਾਲ ਕਰਨੇ ਆ ਬੱਚਿਓ। ਬਿਲਕੁਲ ਠੀਕ ਟਿਕ ਲਗਾਉਣ ਲਈ ਤੁਹਾਨੂੰ ਹਰ ਸਵਾਲ ਨੂੰ ਸਮਝਣਾ ਪੈਣਾ ਵੈ ਚੰਗੀ ਤਰ੍ਹਾਂ। ਅਗਲਾ ਸਵਾਲ ਬੱਚਿਓ, ਇਹਦੇ 'ਚ ਵੀ 7 ਨੂੰ 3 ਨਾਲ ਗੁਣਾ ਕੀਤਾ, ਇਹਦੇ ਵਾਲੇ ਨਾਲ ਅੱਗੇ 13 ਨੂੰ 3 ਨਾਲ ਗੁਣਾ ਕੀਤਾ 39 ਆ ਗਿਆ। ਫਿਰ ਉਹਦੇ ਬਾਅਦ ਕੀ ਕਰਕੇ ਇਹਨਾਂ ਨੂੰ ਜਮ੍ਹਾਂ ਕੀਤਾ। ਗੁਣਾ ਕਰਨ ਤੋਂ ਬਾਅਦ ਕੀ ਕੀਤਾ ਜਮ੍ਹਾਂ ਕੀਤਾ। 7 ਤੇ 21 ਅਤੇ 13 ਤੇ 39। 39 'ਚ 21 ਜਮ੍ਹਾਂ ਕੀਤੇ ਅਤੇ ਕੀ ਆ ਗਿਆ 60। ਕੀ ਆ ਗਿਆ 60। ਇਸੇ ਤਰ੍ਹਾਂ 12 ਨੂੰ 4 ਨਾਲ ਗੁਣਾ ਕੀਤਾ ਕਿੰਨਾ ਆ ਗਿਆ 48। 6 ਨੂੰ 2 ਨਾਲ ਗੁਣਾ ਕੀਤਾ 12। ਫਿਰ ਉਹਨਾਂ ਨੂੰ ਜਮ੍ਹਾਂ ਕੀਤਾ ਅਤੇ ਤੁਹਾਡਾ ਆਨਸਰ ਆ ਜਾਏਗਾ 48 'ਚ 12 ਜਮ੍ਹਾਂ ਕੀਤੇ 60। ਕੀ ਆ ਜਾਏਗਾ 60। ਬੱਚਿਓ ਤੁਹਾਡੇ ਕੋਲ ਕਿਤਾਬ ਹੈਗੀ ਹੈ,
ਉਹਨੂੰ ਆਪਣੇ ਸਾਹਮਣੇ ਰੱਖ ਲਓ ਅਤੇ ਇਹਨਾਂ ਨੂੰ ਸਮਝੀ ਜਾਓ, ਕਿਉਂਕਿ ਇਹਦੇ ਵਿੱਚ ਕਈ ਪੁਆਇੰਟਸ ਬੜੇ ਲਾਈਟ ਹੈ ਲਿਖੇ ਹੋਏ। ਹੁਣ ਦੇਖੋ ਅਗਲਾ ਸਵਾਲ ਬੱਚਿਓ, ਦੇਖੋ ਇਹਨੂੰ ਕਿੱਦਾਂ ਕਰਨਾ। 4 ਵਿੱਚੋਂ 2 ਮਾਈਨਸ ਕੀਤੇ 2 ਦਾ ਸਕੁਏਅਰ ਕੀਤਾ ਅਤੇ 4। ਇਸੇ ਤਰ੍ਹਾਂ 15 ਵਿੱਚੋਂ 8 ਮਾਈਨਸ ਕੀਤੇ ਕਿੰਨਾ ਆਏਗਾ 9। 15 ਵਿੱਚੋਂ 6 ਮਾਈਨਸ ਕੀਤੇ, 15 ਚੋਂ 6 ਮਾਈਨਸ ਕੀਤੇ 9 ਦਾ ਸਕੁਏਅਰ ਕਿੰਨਾ ਆ ਜਾਏਗਾ 81। 81 ਵਿੱਚ 4 ਜਮ੍ਹਾਂ ਕੀਤੇ ਅਤੇ ਕਿੰਨਾ ਆ ਗਿਆ 85। ਕਿੰਨਾ ਆ ਗਿਆ 85। ਮਤਲਬ ਪਹਿਲਾਂ ਮਾਈਨਸ ਕੀਤਾ, ਫਿਰ ਸਕੁਏਅਰ ਕੀਤਾ ਅਤੇ ਫਿਰ ਉਹਨਾਂ ਨੂੰ ਆਪਸ 'ਚ ਦੋਨਾਂ ਨੂੰ ਜਮ੍ਹਾਂ ਕਰਕੇ ਆਨਸਰ ਆਉਣਾ। ਇਸੇ ਤਰ੍ਹਾਂ ਜਿੱਥੇ ਕੁਐਸਚਨ ਮਾਰਕ ਹੈ ਉਹਨੂੰ ਵੀ ਇੱਦਾਂ ਹੀ ਕਰਨਾ। 22 ਚੋਂ 15 ਮਾਈਨਸ ਕੀਤੇ 7 ਦਾ ਸਕੁਏਅਰ ਕੀ ਆ ਜਾਏਗਾ 7 ਦਾ ਸਕੁਏਅਰ, ਉਹਦਾ ਸਕੁਏਅਰ ਕੀਤਾ ਅਤੇ 49 ਆ ਜਾਏਗਾ। ਕਿੰਨਾ ਆ ਜਾਏਗਾ 49। 16 ਵਿੱਚੋਂ 12 ਮਾਈਨਸ ਕੀਤੇ 4 ਦਾ ਸਕੁਏਅਰ ਕਿੰਨਾ ਆ ਗਿਆ 16। ਅੱਗੇ 16 'ਚ 49 ਜਮ੍ਹਾਂ ਕੀਤੇ ਤਾਂ ਤੁਹਾਡਾ ਕੀ ਬਣ ਗਿਆ 65। ਕੀ ਬਣ ਗਿਆ 65 'ਤੇ ਟਿਕ ਲਗਾ ਦਿਓ। ਫਿਰ ਅਗਲਾ ਕੁਐਸਚਨ ਦੇਖੋ ਬੱਚਿਓ, ਇਹ ਵੀ ਬੜਾ ਆਸਾਨ ਹੈ, ਉਸੇ ਤਰ੍ਹਾਂ ਦਾ ਵੈ। 5 ਚੋਂ 3 ਮਾਈਨਸ ਕੀਤੇ 2 ਦਾ ਸਕੁਏਅਰ 4 ਆ ਗਿਆ। 16 ਵਿੱਚੋਂ 6 ਮਾਈਨਸ ਕੀਤੇ 10 ਦਾ ਸਕੁਏਅਰ 100 ਆ ਗਿਆ। 100 ਵਿੱਚ 4 ਜਮ੍ਹਾਂ ਕੀਤੇ 104 ਆ ਗਿਆ। 53 ਵਿੱਚੋਂ 50 ਮਾਈਨਸ ਕੀਤੇ 3 ਦਾ ਸਕੁਏਅਰ 9 ਆ ਗਿਆ। 18 ਵਿੱਚੋਂ 14 ਮਾਈਨਸ ਕੀਤੇ 4 ਦਾ ਸਕੁਏਅਰ 16 ਆ ਗਿਆ। 16 ਵਿੱਚੋਂ ਹੁਣ ਅਸੀਂ ਕੀ ਕਰਕੇ ਕੀਤਾ ਜਮ੍ਹਾਂ ਕੀਤਾ ਵੈ 16 ਅਤੇ 9 ਜਮ੍ਹਾਂ ਕੀਤਾ ਤਾਂ ਕਿੰਨਾ ਆਨਸਰ ਆਉਣਾ ਚਾਹੀਦਾ 25। ਕਿੰਨਾ ਆਨਸਰ ਆਉਣਾ ਚਾਹੀਦਾ ਹੈ 25। ਸਮਝ ਆ ਗਿਆ ਬੱਚਿਓ। ਅਗਲਾ ਸਵਾਲ ਬੱਚਿਓ ਦੇਖੋ, ਇਹਨੂੰ ਕਿੱਦਾਂ ਕੀਤਾ ਮੈਂ ਕਿ 24 ਅਤੇ 40 ਨੂੰ ਪਹਿਲਾਂ ਜਮ੍ਹਾਂ ਕਰ ਲਿਆ, ਕਿੰਨਾ ਆ ਗਿਆ 64 ਅਤੇ 16 ਅਤੇ 32 ਨੂੰ ਜਮ੍ਹਾਂ ਕੀਤਾ ਅਤੇ 48 ਆ ਜਾਏਗਾ ਇੱਧਰਲੇ ਵਾਲੇ ਆਪਸ 'ਚ। ਫਿਰ ਉਹਨਾਂ ਨੂੰ ਜਮ੍ਹਾਂ ਕਰ ਲਓ 48 ਅਤੇ 64 ਨੂੰ ਜਮ੍ਹਾਂ ਕਰਕੇ 112 ਆ ਗਿਆ। ਹੁਣ ਨਾਲ ਹੀ ਅਸੀਂ ਜਿੱਥੇ ਕੁਐਸਚਨ ਮਾਰਕ ਹੈ ਉਹ ਕਰਨਾ ਹੱਲ। ਉਹ ਕਿੱਦਾਂ ਕੀਤਾ 23 'ਚ 12 ਜਮ੍ਹਾਂ ਕੀਤੇ ਕਿੰਨਾ ਆ ਗਿਆ 35 ਅਤੇ ਇੱਧਰ ਇਕੱਲਾ 34 ਹੈ, ਇੱਥੇ ਨਹੀਂ ਲਿਖਿਆ ਹੋਇਆ ਲੇਕਿਨ ਇਹਨਾਂ ਦਾ ਜੋੜ ਦਿੱਤਾ ਹੈ 112। 112 ਵਿੱਚੋਂ 35 ਮਾਈਨਸ ਕਰੋ ਪਹਿਲਾਂ, ਉਹ ਆ ਗਿਆ 77। 77 ਵਿੱਚੋਂ 34 ਮਾਈਨਸ ਕੀਤੇ ਤਾਂ ਤੁਹਾਡਾ ਕੀ ਆ ਜਾਏਗਾ 43 ਆਨਸਰ। ਕੀ ਆ ਜਾਏਗਾ 43 ਆਨਸਰ, ਉਹਦੇ 'ਤੇ ਟਿਕ ਲਗਾ ਦੇਣਾ। ਅਗਲਾ ਸਵਾਲ ਬੱਚਿਓ, ਇਹ 'ਚ ਗੁਣਾ ਕੀਤਾ ਹੋਇਆ 3 ਨੂੰ 4 ਨਾਲ ਗੁਣਾ ਕੀਤਾ ਕਿੰਨਾ ਆ ਗਿਆ 12। 6 ਨੂੰ 5 ਨਾਲ ਗੁਣਾ ਕੀਤਾ 30। 30 ਵਿੱਚ 12 ਜਮ੍ਹਾਂ ਕੀਤੇ 42। ਹੁਣ ਜਿੱਥੇ ਕੁਐਸਚਨ ਮਾਰਕ ਹੈ ਉਹਨੂੰ ਵੀ ਇੱਦਾਂ ਹੀ ਹੱਲ ਕਰ ਲਓ। 5 5 25, 3 6 18, ਦੋਨਾਂ ਨੂੰ ਜਮ੍ਹਾਂ ਕੀਤਾ ਤਾਂ ਕਿੰਨਾ ਆਨਸਰ ਆ ਜਾਏਗਾ ਤੁਹਾਡਾ 43। ਕਿੰਨਾ ਆਨਸਰ ਆ ਜਾਏਗਾ 43। ਦੇਖੋ ਬੱਚਿਓ ਅਗਲਾ ਕੁਐਸਚਨ, ਅਗਲੇ 'ਚ ਕਿੱਦਾਂ ਕੀਤਾ ਵਾ 15 ਵਿੱਚੋਂ ਆਹ ਦੇਖੋ ਕਿੰਨਾ ਆਸਾਨ ਜਿਹਾ ਸਵਾਲ ਕੀਤਾ ਵਾ। 15 ਚੋਂ 5 ਮਾਈਨਸ ਕੀਤੇ ਅਤੇ 10 ਕਰ ਦਿੱਤਾ। ਕੀ ਕਰ ਦਿੱਤਾ 10। 6 ਵਿੱਚ 2 ਜਮ੍ਹਾਂ ਕੀਤੇ 8 ਆ ਗਿਆ। 10 ਨੂੰ 8 ਨਾਲ ਗੁਣਾ ਕੀਤਾ ਅਤੇ ਕਿੰਨਾ ਆ ਗਿਆ 80। ਕਿੰਨਾ ਆ ਗਿਆ 80। ਹੁਣ ਜਿੱਥੇ ਕੁਐਸਚਨ ਮਾਰਕ ਹੈ ਉਹਨੂੰ ਵੀ ਇੱਦਾਂ ਹੀ ਹੱਲ ਕਰ ਲਓ। 14 ਅਤੇ 9, 14 ਵਿੱਚੋਂ 9 ਮਾਈਨਸ ਕੀਤੇ 5। ਜੋ ਸਟੈਪ ਉੱਥੇ ਲਿੱਤੇ ਆ ਉੱਦਾਂ ਦੇ ਸਟੈਪ ਇੱਧਰ ਲੈਣੇ ਆ। ਇੱਧਰਲੀ ਸਾਈਡ ਮਾਈਨਸ ਕੀਤਾ ਵੈ ਅਤੇ ਦੂਜੀ ਸਾਈਡ ਕੀ ਕਰਨਾ ਅਸੀਂ ਪਲੱਸ। 16 'ਚ 5 ਜਮ੍ਹਾਂ ਕੀਤੇ 21। 21 ਅਤੇ 5 ਗੁਣਾ ਕੀਤਾ ਕਿੰਨਾ ਆ ਜਾਏਗਾ 105 'ਤੇ ਟਿਕ ਲਗਾ ਦਿਓ। ਅਗਲਾ ਸਵਾਲ ਬੱਚਿਓ, 15 'ਚ 3 ਜਮ੍ਹਾਂ ਕੀਤੇ 18। 9 ਵਿੱਚੋਂ 5 ਮਾਈਨਸ ਕੀਤੇ 4। 18 ਨੂੰ 4 ਨਾਲ ਗੁਣਾ ਕੀਤਾ 72। ਇਸੇ ਤਰ੍ਹਾਂ ਹੁਣ ਇੱਧਰਲਾ ਨਿਕਾਲਣਾ ਅਸੀਂ। 11 'ਚ 6 ਜਮ੍ਹਾਂ ਕੀਤੇ 17। 9 ਚੋਂ 5 ਮਾਈਨਸ ਕੀਤੇ, 9 ਚੋਂ 4 ਮਾਈਨਸ ਕੀਤੇ 5। 17 ਨੂੰ 5 ਨਾਲ ਗੁਣਾ ਕੀਤਾ ਤਾਂ ਕਿੰਨਾ ਆਨਸਰ ਆਉਣਾ ਚਾਹੀਦਾ 85। ਕਿੰਨਾ ਆਨਸਰ ਆਉਣਾ ਚਾਹੀਦਾ 85। ਅਗਲਾ ਸਵਾਲ ਦੇਖੋ, ਇਹ ਦੇਖੋ ਬੱਚਿਓ ਇੱਥੇ ਕੀ ਲਿਖਿਆ 80। 80 'ਚ 21, ਇਹਨੂੰ ਦੇਖੋ ਕਿੱਦਾਂ ਕਰਨਾ ਮੈਂ ਤੁਸੀਂ। ਇਹ 'ਚ ਸਿੱਧਾ ਸਵਾਲ ਕੀਤਾ ਹੋਇਆ ਮੈਂ 52 ਜਮ੍ਹਾਂ 7। 52 ਜਮ੍ਹਾਂ 7 59। ਕਿੰਨਾ ਕੀਤਾ 59। ਕੀ ਕੀਤਾ ਮੈਂ 59। ਹੁਣ ਦੇਖੋ ਅਗਲਾ ਕੁਐਸਚਨ ਇੱਥੇ ਕਿੱਦਾਂ ਕਰਨਾ ਮੈਂ। ਇਹਦੇ ਵਿੱਚ ਅਗਲੇ 'ਚ ਕੀ ਕੀਤਾ ਮੈਂ ਕਿ ਜਿਹੜੀ ਰਕਮ ਹੈ
59 ਕਿੱਦਾਂ ਆਇਆ ਵੈ ਇਹ ਵੀ ਦੇਖਣਾ ਪੈਣਾ ਸਾਨੂੰ। ਹੁਣ 65 ਚੋਂ 45 ਮਾਈਨਸ ਕੀਤੇ, 65 ਵਿੱਚੋਂ ਇਹਦੇ ਵਿੱਚ ਕੀ ਕੀਤਾ ਮੈਂ 80 ਵਿੱਚੋਂ 52 ਮਾਈਨਸ ਕੀਤੇ 28 ਆ ਗਿਆ, 28 ਵਿੱਚੋਂ 21 ਮਾਈਨਸ ਕੀਤੇ ਤੇ ਥੱਲੇ 7 ਆ ਗਿਆ। ਇੱਦਾਂ ਕੀਤਾ ਸਵਾਲ। ਦੇਖੋ ਕਿੰਨਾ ਪਜ਼ਲਿੰਗ ਸਵਾਲ ਹੈ। ਕਿ ਦੁਬਾਰਾ ਸਮਝੋ, 65 ਵਿੱਚੋਂ 45 ਮਾਈਨਸ ਕੀਤੇ 20 ਆ ਗਿਆ, ਅਤੇ 20 ਵਿੱਚੋਂ 17 ਮਾਈਨਸ ਕੀਤੇ ਅਤੇ ਥੱਲੇ 3 ਆ ਗਿਆ। ਸ਼ਾਬਾਸ਼। ਹੁਣ ਦੇਖੋ ਬੱਚਿਓ, 81 ਵਿੱਚੋਂ 37 ਮਾਈਨਸ ਕੀਤੇ ਅਤੇ ਕਿੰਨੇ ਆ ਗਏ 44। ਕਿੰਨੇ ਆ ਗਏ 44। 44 ਵਿੱਚੋਂ ਕਿੰਨੇ ਮਾਈਨਸ ਕਰੀਏ 38 ਮਾਈਨਸ ਕਰੀਏ ਅਤੇ ਥੱਲੇ ਕੀ ਆ ਜਾਏਗਾ 6। ਇੱਥੇ 44 ਲਿਖ ਲਓ ਬੱਚੇ ਉੱਪਰ, ਮੈਂ ਗਲਤੀ ਨਾਲ 43 ਲਿਖਿਆ ਹੋਇਆ ਮੈਂ, ਇੱਥੇ 44 ਲਿਖਣਾ ਮੈਂ। ਠੀਕ ਹੈ ਬੱਚਿਓ, ਅਤੇ ਆਨਸਰ ਕੀ ਆਉਣਾ ਤੁਹਾਡਾ 6। ਕੀ ਆ ਜਾਣਾ 6। ਅਗਲਾ ਸਵਾਲ ਬੱਚਿਓ ਕਿੱਦਾਂ ਕਰਨਾ ਮੈਂ ਦੇਖੋ, 35 ਵਿੱਚ 42 ਜਮ੍ਹਾਂ ਕੀਤੇ ਅਤੇ ਕਿੰਨਾ ਆ ਜਾਂਦਾ 77। 77 ਵਿੱਚੋਂ 65 ਵਿਚਲਾ ਮਾਈਨਸ ਕੀਤਾ ਅਤੇ ਥੱਲੇ ਕਿੰਨਾ ਆ ਜਾਏਗਾ 12। ਕਿੰਨਾ ਆ ਜਾਏਗਾ 12। ਮਤਲਬ ਕਿ 65 ਅਤੇ 12 ਨੂੰ ਜਮ੍ਹਾਂ ਕਰਕੇ ਤੁਹਾਡਾ 77 ਆਉਣਾ ਚਾਹੀਦਾ, ਅਤੇ 35 ਅਤੇ 42 ਨੂੰ ਵੀ ਜਮ੍ਹਾਂ ਕਰਕੇ ਕਿੰਨਾ ਆਉਣਾ ਚਾਹੀਦਾ 77। ਅਗਲਾ ਕੁਐਸਚਨ, ਅਗਲਾ ਪੁਆਇੰਟ ਇਹਦਾ ਜਿਹੜਾ ਜਿੱਥੇ ਕੁਐਸਚਨ ਮਾਰਕ ਹੈ ਉਹਨੂੰ ਅਸੀਂ ਹੱਲ ਕਰਨਾ। ਹੁਣ ਇਹਨੂੰ ਕਿੱਦਾਂ ਕਰਨਾ, ਇਹ ਨਿਕਾਲਣਾ ਮੈਂ ਥੱਲੇ ਵਾਲਾ। 17 'ਚ 25 ਜਮ੍ਹਾਂ ਕੀਤੇ ਅਤੇ ਕਿੰਨਾ ਆ ਗਿਆ 42। ਕਿੰਨਾ ਆ ਗਿਆ 42। 42 ਵਿੱਚੋਂ 32 ਮਾਈਨਸ ਕੀਤੇ ਅਤੇ ਕਿੰਨਾ ਆ ਜਾਏਗਾ 10। ਆਨਸਰ ਕੀ ਆ ਜਾਏਗਾ 10। ਅਗਲਾ ਸਵਾਲ ਦੇਖੋ ਬੱਚਿਓ, ਅੱਗੇ ਦੇਖੋ ਕਿੰਨੇ ਵਧੀਆ ਕੁਐਸਚਨ ਕੀਤੇ ਹੋਏ ਹੈ ਕਿ 25 ਵਿੱਚ 15 ਜਮ੍ਹਾਂ ਕੀਤੇ ਹੋਏ ਆ, ਦੋਨੋਂ ਸਾਈਡਾਂ ਵਾਲੇ ਪੱਤੇ ਜਿਹੜੇ ਬਣੇ ਹੋਏ ਨਾ ਉਹਨਾਂ ਨੂੰ ਦੋਨਾਂ ਨੂੰ ਜਮ੍ਹਾਂ ਕੀਤਾ। 25 'ਚ 15 ਜਮ੍ਹਾਂ ਕੀਤੇ ਅਤੇ 40 ਆ ਗਿਆ, 12 'ਚ 18 ਜਮ੍ਹਾਂ ਕੀਤੇ ਅਤੇ 30 ਆ ਗਿਆ, ਫਿਰ ਉਹਨਾਂ ਨੂੰ ਮਾਈਨਸ ਕੀਤਾ ਅਤੇ ਉੱਪਰ ਲਿਖ ਦਿੱਤਾ 10। ਇਸੇ ਤਰ੍ਹਾਂ ਇੱਧਰਲੀ ਸਾਈਡ ਹੈ 22 ਜਮ੍ਹਾਂ 12 34 ਆ ਗਿਆ, 14 ਜਮ੍ਹਾਂ 16 30 ਆ ਗਿਆ, ਇਹਨਾਂ 34 ਚੋਂ 30 ਮਾਈਨਸ ਕੀਤੇ ਅਤੇ 4 ਆ ਜਾਂਦਾ ਵੈ। ਇਸੇ ਤਰ੍ਹਾਂ ਵਿਚਲਾ ਵੀ ਤੁਸੀਂ ਹੱਲ ਕਰਕੇ ਦੇਖ ਸਕਦੇ ਹੋ, ਕੀ ਆਨਸਰ ਆ ਜਾਏਗਾ 4। ਠੀਕ ਹੈ ਬੱਚਿਓ। ਹੁਣ ਦੇਖੋ ਅਗਲਾ ਪੇਜ ਨਿਕਾਲਦੇ ਹਾਂ। ਅਗਲੇ ਪੇਜ 'ਤੇ ਕੀ ਕਰਨਾ ਬੱਚਿਓ, ਇਹ ਦੇਖੋ ਆ ਪਹਿਲਾ ਹੀ ਸਵਾਲ ਹੈ। ਅਠਾਰਾਂ ਚੋਂ 15 ਮਾਈਨਸ ਕੀਤੇ 3 ਆ ਗਿਆ, 12 ਚੋਂ 10 ਮਾਈਨਸ ਕੀਤੇ 2 ਆ ਗਿਆ। ਹੁਣ ਕੀ ਕੀਤਾ ਵਾ ਉਹਨਾਂ ਨੇ 30 ਮਾਈਨਸ 25, 30 ਮਤਲਬ ਉਲਟੀ ਗੁਣਾ ਕੀਤੀ ਹੈ ਮੇਰੇ ਖਿਆਲ 'ਚ। ਨਹੀਂ ਬੱਚਿਓ, ਇਹਦੇ 'ਚ ਕੁਛ ਬਦਲਾ ਹੈ, ਇਹਨੂੰ ਸਮਝਣਾ ਪੈਣਾ ਮੈਂ ਕਿ 50 ਮਾਈਨਸ 30 ਕਿੱਦਾਂ ਆਇਆ। ਇਹ ਕੁਛ ਸਮਝਣ ਵਾਲਾ ਬੱਚਿਓ, ਇਹ ਮੈਂ ਤੁਹਾਨੂੰ ਫਿਰ ਸਮਝਾਉਂਦੀ ਹੈ। ਅਤੇ ਅਗਲਾ ਕੁਐਸਚਨ 'ਤੇ ਪਹੁੰਚੋ, ਉਨੀ ਦੇਰ ਤੱਕ ਤੁਸੀਂ ਕਿ ਉਹਦਾ ਆਨਸਰ ਆਉਂਦਾ ਵਾ 68। 68 ਕਿੱਦਾਂ ਆਏਗਾ ਇਹ ਵੀ ਸਮਝਣਾ ਪੈਣਾ। 3 ਦਾ ਸਕੁਏਅਰ ਜਮ੍ਹਾਂ 5 ਦਾ ਸਕੁਏਅਰ, ਇਹ ਹੱਲ ਥੱਲੇ ਦਿੱਤੇ ਹੋਏ ਆ ਬੱਚਿਓ ਕਿ 3 ਦਾ ਸਕੁਏਅਰ 3 ਤੇ 9, 5 ਦਾ ਸਕੁਏਅਰ 25, 25 ਅਤੇ 9 ਨੂੰ ਜਮ੍ਹਾਂ ਕੀਤਾ ਅਤੇ ਕਿੰਨਾ ਆ ਗਿਆ 34। 2 ਦਾ ਸਕੁਏਅਰ ਜਮ੍ਹਾਂ 8 ਦਾ ਸਕੁਏਅਰ, 2 ਦਾ ਸਕੁਏਅਰ 4 ਅਤੇ 8 ਦਾ ਸਕੁਏਅਰ 64, 64 'ਚ 2 4 ਜਮ੍ਹਾਂ ਕੀਤੇ 68 ਆ ਜਾਏਗਾ। ਕਿੰਨਾ ਆ ਜਾਏਗਾ 68। ਠੀਕ ਹੈ ਜੀ, ਇਸ ਕਰਕੇ 68 ਦੇ ਉੱਪਰ ਟਿਕ ਲਗਾ ਦਿਓ। ਇਹ ਉੱਪਰਲੇ ਸਵਾਲ 'ਚ ਬੱਚਿਓ ਐਕਸ ਤਾਂ ਦਿੱਤਾ ਹੀ ਨਹੀਂ ਹੋਇਆ। ਐਕਸ ਕਿੱਥੇ ਹੈਗਾ ਮੈਨੂੰ ਨਹੀਂ ਪਤਾ ਲੱਗਦਾ ਪਿਆ ਕਿ ਐਕਸ ਕਿੱਥੇ ਆ। 5 5 5 ਹੀ ਲਿਖਿਆ ਹੋਇਆ, ਜਦ ਕਿ ਉਹਨਾਂ ਨੇ ਤਾਂ ਆਨਸਰ ਵੀ ਆਉਂਦਾ ਪਿਆ। ਮੈਂ ਹੱਲ ਕੀਤਾ ਹੋਇਆ ਇੱਥੇ 50 ਮਾਈਨਸ ਐਕਸ ਜਮ੍ਹਾਂ 25, ਐਕਸ ਜਮ੍ਹਾਂ 25 ਬਰਾਬਰ 5 ਦੇ
50 ਮਾਈਨਸ 5 ਬਰਾਬਰ x ਜਮਾ 25 ਅਤੇ ਇਹ ਆ ਗਿਆ 45 ਮਾਈਨਸ 25 ਅਤੇ x ਬਰਾਬਰ 20 ਆਉਣਾ ਚਾਹੀਦਾ ਵਾ x ਬਰਾਬਰ 20। ਪਰ ਇਸ ਰਕਮ ਦੇ ਵਿੱਚ x ਕਿਤੇ ਆਹ ਵਾਲਾ ਜੇ ਬੱਚਿਓ, ਆਹ ਦੇਖੋ ਮੈਨੂੰ ਹੁਣ ਪਤਾ ਲੱਗਾ ਕਿ ਇੱਥੇ ਜੇ ਸਮਝੋ ਦੁਬਾਰਾ ਬੱਚਿਓ, ਮੈਂ ਤੁਹਾਨੂੰ ਸਮਝਾਉਂਦੀ ਹਾਂ। ਇਹ ਕੀ ਹੈ, ਇਹ ਵੱਡਾ ਨਹੀਂ ਹੁੰਦਾ ਪਿਆ ਮੇਰੇ ਕੋਲ, ਠਹਿਰ ਜਾਓ। ਆਹ ਦੇਖੋ ਬੱਚਿਓ, ਇੱਥੇ ਜੇ ਕੁਐਸਚਨ ਮਾਰਕ ਮੇਨ, ਇਹਨੂੰ ਕਿੱਦਾਂ ਕਰਨਾ ਹੁਣ ਤੁਸੀਂ ਕਿ ਇੱਥੇ ਕੀ ਆਉਣਾ ਚਾਹੀਦਾ ਵਾ ਇਹ ਦੇਖਣਾ ਅਸੀਂ। 37 ਚੋਂ 20 ਮਾਈਨਸ ਕੀਤੇ ਤਾਂ 17 ਆ ਜਾਏਗਾ, 25 ਚੋਂ 13 ਮਾਈਨਸ ਕੀਤੇ 12 ਆ ਜਾਏਗਾ, 17 ਚੋਂ 12 ਮਾਈਨਸ ਕੀਤੇ ਤਾਂ 5 ਆ ਜਾਂਦਾ। ਇਹ ਤਾਂ ਸਾਨੂੰ ਪਤਾ ਲੱਗ ਗਿਆ, ਲੇਕਿਨ ਅਸੀਂ ਕਿੱਦਾਂ ਕਰਨਾ ਵਾ ਇਹ ਸਮਝਣਾ ਵਾ ਅਸੀਂ ਕਿ ਸਾਰਾ ਇਹਨੂੰ ਹੱਲ ਕਰਕੇ ਕੀ ਆਉਣਾ ਚਾਹੀਦਾ ਵਾ ਕਿ 50 ਵਿੱਚੋਂ 50 ਮਾਈਨਸ x ਜਮਾ 25, ਇਹ ਵਾਲਾ x ਹੈ ਅਤੇ ਇਹ 25 ਹੈ। 37 'ਚ 13 ਜਮ੍ਹਾਂ ਕੀਤੇ ਅਤੇ 50 ਆਉਣਾ ਚਾਹੀਦਾ ਵਾ। 37 'ਚ 13 ਜਮ੍ਹਾਂ ਕੀਤੇ 50 ਆਉਣਾ ਚਾਹੀਦਾ। 50 ਜਮ੍ਹਾਂ x ਜਮ੍ਹਾਂ 25 ਕਰ ਦਿੱਤਾ, ਇਹਨੂੰ ਜਮ੍ਹਾਂ ਕਰ ਲਿੱਤਾ, ਇਹ ਦੋਨਾਂ ਨੂੰ ਜਮ੍ਹਾਂ ਕੀਤਾ ਅਤੇ ਇਹ ਦੋਨਾਂ ਨੂੰ ਜਮ੍ਹਾਂ ਕੀਤਾ, ਫਿਰ ਮਾਈਨਸ ਕਰ ਦਿੱਤਾ। ਫਿਰ ਕੀ ਕਰ ਦਿੱਤਾ ਮਾਈਨਸ, ਅਤੇ ਉਹ ਕਿਹਦੇ ਬਰਾਬਰ ਆਉਣਾ ਚਾਹੀਦਾ 5 ਦੇ ਬਰਾਬਰ। ਸਮੀਕਰਨ ਨੂੰ ਤੁਸੀਂ ਹੱਲ ਕਰ ਲਓ, ਉਹ ਇੱਥੇ ਕੀਤਾ ਹੋਇਆ ਵਾ। ਜਦੋਂ 50 ਵਿੱਚੋਂ 5 ਮਾਈਨਸ ਕੀਤੇ 45, 45 ਚੋਂ 25 ਮਾਈਨਸ ਕੀਤੇ ਤੇ 20 ਤੇ ਆਨਸਰ ਆ ਜਾਏਗਾ। ਕੀ ਆਨਸਰ ਆਏਗਾ 20। ਬੋਲੋ ਬੱਚਿਓ, ਸਮਝ ਆ ਗਿਆ? ਹੁਣ ਤਾਂ ਚੰਗੀ ਤਰ੍ਹਾਂ ਸਮਝ ਆ ਗਿਆ। ਹੁਣ ਅਗਲਾ ਪੁਆਇੰਟ ਨੀਚੇ ਚੱਲਦੇ ਹਾਂ। ਆਹ ਦੇਖੋ ਬੱਚਿਓ, ਥੱਲੇ ਵਾਲੇ ਸਵਾਲ, ਨੀਚੇ ਵਾਲੇ ਸਵਾਲਾਂ 'ਤੇ ਪਹੁੰਚ ਜਾਓ ਹੁਣ ਕਿ ਕਿੱਦਾਂ ਕੀਤਾ ਹੋਇਆ। ਇਹ ਥੱਲੇ ਹੱਲ ਦਿੱਤੇ ਹੋਏ ਆ ਬੱਚਿਓ ਇਹ ਸਵਾਲਾਂ 'ਚ ਤੁਹਾਨੂੰ। 3 ਦਾ ਸਕੁਏਅਰ 9, 9, 5 ਦਾ ਸਕੁਏਅਰ 25, 25 'ਚ 9 ਜਮ੍ਹਾਂ ਕੀਤੇ ਅਤੇ ਕਿੰਨਾ ਆ ਜਾਏਗਾ 9 ਅਤੇ 25 ਨੂੰ ਗੁਣਾ ਕੀਤਾ ਵਾ। 925 ਉੱਦਾਂ ਹੀ ਲਿਖ ਦਿੱਤਾ, 9 ਅਤੇ 25, 925 ਮੈਂ ਕਿ ਸਕੁਏਅਰ ਜਿਹੜਾ ਨਿਕਾਲ ਕੇ ਉਹਨਾਂ ਨੂੰ ਲਿਖਿਆ ਆ। 2 ਦਾ ਸਕੁਏਅਰ 4 ਅਤੇ 3 ਦਾ ਸਕੁਏਅਰ 9 ਆ ਜਾਏਗਾ ਉੱਪਰ। ਅੱਗੇ 1 ਦਾ ਸਕੁਏਅਰ 1 ਅਤੇ 6 ਦਾ ਸਕੁਏਅਰ 36, 136 ਆਨਸਰ ਆ ਗਿਆ। ਦੇਖੋ ਕਿੰਨਾ ਪਜ਼ਲਿੰਗ ਵਾਲਾ ਸਵਾਲ ਹੈ ਬੱਚਿਓ। ਅਗਲਾ ਸਵਾਲ ਨੀਚੇ ਵਾਲਾ ਦੇਖੋ ਕੀ ਹੈਗਾ। ਥੱਲੇ ਹੱਲ ਦਿੱਤੇ ਹੋਏ ਆ ਇਹਦੇ ਬੱਚਿਓ। ਇਹ ਜਿਹੜੇ ਉੱਪਰਲੇ ਇੱਧਰਲੀ ਸਾਈਡ ਵਾਲੇ ਦੋਨੋਂ ਹੈਗੇ ਨਾ, 5 ਮਾਈਨਸ 2 ਕਿੰਨਾ ਆ ਜਾਏਗਾ, ਮਾਈਨਸ ਕੀਤਾ ਹੈ 3, 3 ਦਾ ਸਕੁਏਅਰ ਕਿੰਨਾ ਆ ਗਿਆ 27, ਕਿੰਨਾ ਆ ਗਿਆ 27 ਵਿੱਚ ਲਿਖ ਕੇ ਆ ਗਿਆ। ਹੁਣ ਅਸੀਂ ਥੱਲੇ ਵਾਲੇ ਵਿਚਲਾ ਨਿਕਾਲਣਾ ਮੈਂ। 9 'ਚ 5 ਜਮ੍ਹਾਂ ਕੀਤੇ, 9 ਚੋਂ 5 ਮਾਈਨਸ ਕੀਤੇ ਕਿੰਨਾ ਆ ਜਾਏਗਾ 4, 4 ਦਾ ਕਿਊਬ ਕੀਤਾ ਹੋਇਆ। ਕੀ ਕੀਤਾ ਹੋਇਆ, ਸਕੁਏਅਰ ਨਹੀਂ ਕੀਤਾ ਬੱਚਿਓ, ਸੱਚ ਇੱਥੇ ਵੀ ਕਿਊਬ ਹੀ ਕੀਤਾ ਹੋਇਆ। ਕਿਊਬ ਮਤਲਬ ਕਿ 3 ਵਾਰੀ ਗੁਣਾ। 4 ਚੌਕੀ 16, 16 ਚੌਕਾ 64, ਇੱਥੇ ਵਿਚਕਾਰ ਕਿੰਨਾ ਆਉਣਾ ਚਾਹੀਦਾ 64। ਇੱਧਰ ਵੀ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਦੱਸਿਆ ਹੋਇਆ। 6 ਵਿੱਚੋਂ 4 ਮਾਈਨਸ ਕੀਤੇ 2, 2 ਦਾ ਕਿਊਬ ਕੀਤਾ 8 ਆ ਜਾਏਗਾ। 13 ਵਿੱਚੋਂ 7 ਮਾਈਨਸ ਕੀਤੇ 6, 6 ਦਾ ਕਿਊਬ ਕੀਤਾ 216। ਐਸੇ ਕਰਕੇ ਤੁਹਾਨੂੰ ਕਿਹਾ ਮੈਂ ਕਿ ਵੜਕ ਅਤੇ ਘਨ ਚੰਗੀ ਤਰ੍ਹਾਂ ਯਾਦ ਕਰ ਲਓ ਬੱਚਿਓ, ਤਾਂ ਕਿ ਉਹ ਸਵਾਲ ਕਰਨੇ ਵੜਕ ਅਤੇ ਘਨ ਤਾਂ ਬਹੁਤ ਸਵਾਲਾਂ 'ਚ ਕੰਮ ਆਉਂਦੇ ਨੇ। ਇਸ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ। ਇੰਨੇ ਕੁ ਸਵਾਲ ਕਰਕੇ ਮੈਨੂੰ ਦੱਸੋ ਬੱਚਿਓ, ਫਿਰ ਮੈਂ ਤੁਹਾਨੂੰ ਹੋਰ ਸਵਾਲ ਕਰਾਵਾਂਗੀ। ਬੈਸਟ ਆਫ ਲੱਕ ਬੱਚਿਓ, ਚੰਗੀ ਤਰ੍ਹਾਂ ਰਿਵੀਜ਼ਨ ਕਰੀ ਜਾਓ ਤਾਂ ਕਿ ਕਲੀਅਰ ਕਰ ਸਕੋ। ਥੈਂਕ ਯੂ ਸਟੂਡੈਂਟਸ। ਇਹਨੂੰ ਲਾਈਕ ਜ਼ਰੂਰ ਕਰਨਾ ਬੱਚਿਓ। ਥੈਂਕ ਯੂ ਬੇਟੇ।